ਜਨਾਬ ਪਿਓਰ ਮੁੰਦਰੇ ਨੇ ਤੇ ਡੇਰਾ ਗਾਜ਼ੀ ਖਾਨ ਤੋਂ ਲਿਆਈਦੇ ਨੇ। ਇਹਨਾਂ ਨੂੰ ਸਾਡੇ ਇਲਾਕੇ ਵਿੱਚ ਇਸ ਵਾਸਤੇ ਅੱਛੇ ਰਹਿੰਦੇ ਨੇ ਕਿ ਲੰਮੇ ਕੰਨਾਂ ਵਾਲੇ ਜਿਹੜੇ ਛਤਰੇ ਨੇ ਜਿਨ੍ਹਾਂ ਨੂੰ ਕਜਲੇ ਕਹੀਦਾ, ਉਹ ਇਦਾਂ ਦੇ ਕੰਨ ਰਗੜੇ ਜਾਂਦੇ ਨੇ ਤੇ ਬਿਮਾਰ ਹੋ ਜਾਂਦੇ ਨੇ। ਇਹਨਾਂ ਦੇ ਕੰਨ ਛੋਟੇ ਨੇ ਤੇ ਬਾਹਰ ਚਾਰਨ ਵਾਲੇ ਬਿਮਾਰ ਨਹੀਂ ਹੁੰਦੇ, ਇਸ ਵਾਸਤੇ ਹੀ ਜ਼ਿਆਦਾ ਨਸਲ ਇਤਲ ਚੱਲਦੀ। ਜਨਾਬ ਜਿਹੜਾ ਪਿਓਰ ਮੁੰਦਰਾ ਹੈ ਨਾ, ਇੱਕ ਤੇ ਇਹਦੇ ਕੰਨ ਛੋਟੇ ਹੁੰਦੇ ਨੇ, ਉਸ ਤੋਂ ਬਾਅਦ ਇਹਦੀ ਜਿਹੜੀ ਉਹਨੇ ਪਿਓਰ ਅਗਲੀਆਂ ਨਾਸਾਂ ਤੱਕ ਨੱਕ ਤੱਕ ਹੁੰਦੀ ਹੈ। ਇਹ ਪਿਓਰ ਮੁੰਦਰਾ ਦੀ ਨਿਸ਼ਾਨੀ ਹੈ। ਦੂਜੇ ਦੇ ਇਹ ਵਾਲ ਨਹੀਂ ਹੁੰਦੇ। ਕਿਹੜੇ ਵਾਲ? ਇਹ ਜਿਹੜੇ ਅੱਗੇ ਮੱਥੇ ਦੇ ਇਹਦੇ ਵਾਲ ਨੇ ਨਾ, ਇਹ ਜਿਹੜਾ ਮੁੰਦਰਾ ਪਿਓਰ ਨਹੀਂ ਉਹਨੂੰ ਨਹੀਂ ਪਾਏ ਜਾਂਦੇ। ਪਿਓਰ ਮੁੰਦਰੇ ਦੀ ਇਹ ਨਿਸ਼ਾਨੀ ਹੈ ਕਿ ਇਹਦੇ ਵਾਲ ਜ਼ਿਆਦਾ ਹੁੰਦੇ ਨੇ। ਇਹ ਅਸੀਂ ਜਨਾਬ ਡੇਰਾ ਗਾਜ਼ੀ ਖਾਨ ਤੋਂ ਲੈ ਕੇ ਆਉਂਦੇ ਹਾਂ ਤੇ ਇਹਦੀ ਉਮਰ ਜਿਹੜੀ ਹੈ ਉਦੋਂ 3 ਮਹੀਨੇ ਹੁੰਦੀ ਹੈ। ਹਾਂਜੀ, ਤੇ 3 ਮਹੀਨਿਆਂ ਦਾ ਹੁੰਦਾ ਤੇ ਸਾਨੂੰ ਤਕਰੀਬਨ ਕੋਈ 12,000 ਰੁਪਏ 'ਚ ਇੱਕ ਬੱਚਾ ਪੈਂਦਾ। 3 ਮਾਹ ਦਾ? 3 ਮਾਹ ਦਾ। ਤੇ ਜਦੋਂ ਇਹ ਤਿਆਰ ਹੁੰਦੇ ਨੇ ਫਿਰ ਇਹ 25 ਤੋਂ 30 ਤੱਕ 35 ਤੇ 40,000 ਤੱਕ ਜਿਹੜੇ ਫਰੋਖਤ ਹੁੰਦੇ ਨੇ। ਇਹਨਾਂ ਦਾ ਸਭ ਤੋਂ ਜਿਹੜਾ ਮੁਸ਼ਕਲ ਕੰਮ ਉਹ ਇਹ ਵੇ ਕਿ ਲੇਲੇ ਨੂੰ ਜਿਹੜੀ ਇਹ ਵਾਹ ਲੱਗ ਜਾਂਦੀ ਹੈ। ਹਾਂਜੀ, ਉਹ ਵਾਹ ਵਾਸਤੇ ਅਸੀਂ ਜਿਹੜਾ ਨਾ ਦਵਾਈ ਇਸਤੇਮਾਲ ਨਹੀਂ ਕਰਦੇ, ਪਹਿਲਾਂ ਅਸੀਂ ਕਰਦੇ ਸਾਂ। ਹੁਣ ਇਹ ਸਪੈਸ਼ਲ ਨੁਕਸਾ ਆਪੀ ਤਿਆਰ ਕੀਤਾ ਦਾ ਕਿ ਜਿਹੜਾ ਅਮਰੂਦ ਹੈ ਸੁੱਕਾ, ਇਹਨੂੰ ਕੁੱਟਿਆ ਦਾ, 1 ਚਮਚਾ ਦੇਣ ਤੋਂ ਬਾਅਦ ਉਹਦੀ ਵਾਹ ਬਿਲਕੁਲ ਠੀਕ ਹੋ ਜਾਂਦੀ। अस्सलाम वालेकुम। वालेकुम सलाम। सर की हाल है? करम अल्लाह दा। जनाब दा की नाम है? ਜ਼ਾਹਦ ਹੁਸੈਨ। ਜ਼ਾਹਦ साहब इलाका केड़ा जे? ਅਸੀਂ ਪਸਰੂਰ ਦੇ ਰਹਿਣ ਵਾਲੇ ਹਾਂ ਜੀ, ਬਾਗੜੀਆਂ ਪਿੰਡ। ਤੇ ਸਰ ਤੁਸੀਂ ਕਿੰਨੇ ਸਾਲਾਂ ਤੋਂ ਈਦ ਵਾਸਤੇ ਛਤਰੇ ਤਿਆਰ ਕਰਦੇ ਹੋ ਪਏ? ਅਸੀਂ ਜਨਾਬ 7 ਸਾਲ ਤੋਂ ਤਿਆਰ ਕਰ ਰਹੇ ਹਾਂ ਤੇ ਡੇਰਾ ਗਾਜ਼ੀ ਖਾਨ ਤੋਂ ਲੈ ਕੇ ਆਉਂਦੇ ਹਾਂ। ਹਾਂਜੀ, ਤੇ 9 ਮਹੀਨੇ ਤੋਂ ਬਾਅਦ ਅਸੀਂ ਛਤਰਾ ਜਿਹੜਾ ਵੇਚਦੇ ਹਾਂ। ਮਾਸ਼ਾਅੱਲਾ। ਤੇ ਦੋਸਤਾਂ ਨੂੰ ਇਹ ਦੱਸੋ ਜਿਹੜਾ ਤੁਹਾਡਾ 7 ਸਾਲ ਦਾ ਤਜਰਬਾ ਹੈ ਇਹ ਕੰਮ ਵਿੱਚ, ਉਹ ਕੈਸਾ ਰਿਹਾ? ਈਦ ਵਾਸਤੇ ਛਤਰੇ ਤਿਆਰ ਕਰਨਾ ਕੈਸਾ ਕੰਮ ਹੈ? ਇਹਦੇ ਤੋਂ ਤੁਸੀਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਇਹ ਜਿਹੜਾ ਕੰਮ ਹੈ ਸਭ ਤੋਂ ਬਹੁਤ ਅੱਛਾ ਕੰਮ ਹੈ। ਹਾਂਜੀ, ਹਰ ਦੋਸਤ ਨੂੰ ਫਾਰਮ ਪਾਉਣਾ ਚਾਹੀਦਾ ਤੇ ਇਹ ਛਤਰੇ ਤਿਆਰ ਕਰਨੇ ਚਾਹੀਦੇ ਨੇ। ਇਹ ਅਸੀਂ ਜਦੋਂ ਲੈ ਕੇ ਆਉਂਦੇ ਹਾਂ ਤੇ ਇਹਨਾਂ ਨੂੰ ਅਸੀਂ ਮੇਥਰੇ ਤੇ ਚੋਖਰ ਤੇ ਦਾਲ ਪਾਉਂਦੇ ਹਾਂ। ਹਾਂਜੀ, 1 ਮਹੀਨੇ ਤੋਂ ਬਾਅਦ ਫਿਰ ਮੇਥਰੇ ਬੰਦ ਕਰ ਦਈਦੇ ਨੇ ਕਿਉਂਕਿ ਆਪਣੇ ਇਲਾਕੇ ਨਾਲ ਰਲ ਜਾਂਦੇ ਨੇ। ਫਿਰ ਇਹਨਾਂ ਨੂੰ ਤੂੜੀ ਤੇ ਉਹਦੇ ਵਿੱਚ ਚੋਖਰ ਪਾਈਦਾ ਤੇ ਬਾਹਰ ਵੀ ਚਾਰੀਦੇ ਨੇ। ਸਰ ਜਿਹੜਾ ਪਹਿਲਾ ਮਹੀਨਾ ਹੈ ਤੁਸੀਂ ਜ਼ਿਕਰ ਕੀਤਾ ਮੇਥਰੇ, ਦਾਲ ਤੇ ਹੋਰ ਕਿਹੜੀ ਚੀਜ਼? ਤੂੜੀ ਪਾਈ ਦੀ ਹੈ, ਕੁਤਰੀ ਦੀ ਬਰੀਕ ਤੂੜੀ ਹੁੰਦੀ ਹੈ, ਉਹ ਪਾਈ ਦੀ ਹੈ। ਤੇ ਦਾਲ ਕਿਹੜੀ ਚਣਿਆਂ ਦੀ ਹੈ ਦੂਸਰੀ? ਨਹੀਂ, ਚਨਿਆਂ ਦੀ ਦਾਲ ਪਾਈ ਦੀ ਹੈ। ਤੇ ਉਹਦਾ ਤਰੀਕਾ ਇਸਤੇਮਾਲ ਦੱਸੋ ਕਿ ਅਗਰ ਪਹਿਲਾ ਮਹੀਨਾ ਉਹਨਾਂ ਨੂੰ ਮੇਥਰੇ, ਦਾਲ, ਚਣਿਆਂ ਦੀ ਤੇ ਤੂੜੀ ਇਸਤੇਮਾਲ ਕਰਾਣੀ ਹੈ, ਉਹਦਾ ਤਰੀਕਾ ਕੀ ਹੈ? ਇੱਕ ਜਾਨਵਰ ਵਾਸਤੇ ਕਿੰਨੀਆਂ ਕੁ ਜਿਹੜੀਆਂ ਚੀਜ਼ਾਂ ਨੇ ਉਹ ਕਾਫੀ ਨੇ ਤੇ ਇਹਨਾਂ ਨੂੰ ਭੇ ਕੇ ਪਾਉਂਦੇ ਹੋ ਜਾਂ ਸੁੱਕੀਆਂ ਪਾਉਂਦੇ ਹੋ? ਨਹੀਂ, ਜਿਹੜੇ ਪਹਿਲੇ ਮਹੀਨੇ ਪਾਈਦੇ ਨੇ ਉਹ ਇਹਨਾਂ ਨੂੰ ਸੁੱਕੀ ਪਾਈ ਦੀ ਹੈ। ਉਸ ਤੋਂ ਬਾਅਦ ਫਿਰ ਭੇ ਕੇ ਪਾਣੀ ਪੈਂਦੀ ਹੈ ਕਿਉਂਕਿ ਜਦੋਂ ਨਵੇਂ ਆਉਂਦੇ ਨੇ ਤੇ ਸਰਦੀ ਦਾ ਮੌਸਮ ਹੁੰਦਾ, ਉਦੋਂ ਮੇਥਰੇ ਵੀ ਸੁੱਕੇ ਪਾਈਦੇ ਨੇ ਤੇ ਦਾਲ ਵੀ ਸੁੱਕੀ ਪਾਈਦੀ ਹੈ। ਤੇ ਰੋਜ਼ਾਨਾ ਇੱਕ ਜਾਨਵਰ ਨੂੰ ਕਿੰਨੇ ਮੇਥਰੇ, ਕਿੰਨੀ ਦਾਲ ਤੇ ਕਿੰਨੀ ਤੂੜੀ ਪਹਿਲਾ ਮਹੀਨਾ? ਇਹਨਾਂ ਨੂੰ ਜਾਨਵਰ ਜਿਹੜਾ ਨਾ ਰੋਜ਼ਾਨਾ ਇਹਨਾਂ ਨੂੰ ਅੱਧ ਪਾ ਦਾਲ, ਹਾਂਜੀ, ਤੇ 1 ਛਟਾਕੀ ਮੇਥਰੇ ਤੇ ਅੱਧਾ ਕਿਲੋ ਕਣਕ ਇਹ ਜਿਹੜੀ ਇਹ ਤੂੜੀ ਖਾ ਜਾਂਦਾ। ਤੇ ਉਸ ਤੋਂ ਬਾਅਦ ਜਿਹੜੇ ਸਰ ਬਾਕੀ 8 ਮਹੀਨੇ ਨੇ, ਤੁਸੀਂ ਜ਼ਿਕਰ ਕੀਤਾ ਕਿ ਇਹਨਾਂ ਨੂੰ 9 ਮਹੀਨੇ ਰੱਖਦੇ ਹੋ। ਹਾਂਜੀ, ਪਹਿਲੇ ਮਹੀਨੇ ਦੀ ਰੂਟੀਨ ਤੇ ਤੁਸੀਂ ਦੱਸੀ ਹੈ। ਜਿਹੜੇ ਬਾਕੀ 8 ਮਹੀਨੇ ਨੇ ਉਦੋਂ ਉਹਨਾਂ ਦੀ ਰੂਟੀਨ ਕੀ ਹੁੰਦੀ ਹੈ? ਉਦੋਂ ਇਹਨਾਂ ਨੂੰ ਬਾਹਰ ਵੀ ਫੇਰੀਦਾ, ਹਾਂਜੀ, ਚਾਰਾ ਚਾਰੀਦਾ ਬਾਹਰੋਂ। ਉਸ ਤੋਂ ਬਾਅਦ ਘਰ ਫਿਰ ਤੂੜੀ ਤੇ ਚੋਖਰ ਪਾਈਦਾ ਜੀ। ਤੇ ਇਹਨਾਂ ਨੂੰ ਚਰਾਈ ਕਿੰਨੇ ਘੰਟੇ ਕਰਾਉਂਦੇ ਹੋ? ਇਹਨਾਂ ਨੂੰ ਸਵੇਰ ਖੜੀਦਾ ਤੇ 12 ਵਜੇ ਲੈ ਕੇ ਆਈਦਾ, ਫਿਰ 3 ਘੰਟੇ ਰੈਸਟ ਕਰਾਈਦੀ ਹੈ। ਉਸ ਤੋਂ ਬਾਅਦ ਲੈ ਕੇ ਜਾਈਦਾ ਤੇ ਸ਼ਾਮੀ 6 ਵਜੇ ਵਾਪਸ ਲੈ ਕੇ ਆਈਦਾ। ਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਕਿੰਨੇ ਛਤਰੇ ਨੇ? ਇਸ ਵੇ ਸਾਡੇ ਕੋਲ 33 ਛਤਰੇ ਨੇ। ਹਾਂਜੀ, ਟੋਟਲ ਸਾਡੇ ਕੋਲ 46 ਹਨ, ਵਿੱਚੋਂ 11 ਵੇਚ ਛੜੇ ਨੇ। ਮਾਸ਼ਾਅੱਲਾ। ਤੇ ਸਰ ਤੁਸੀਂ ਇਹ ਜਿਹੜੀ ਨਸਲ ਰੱਖੀ ਏ, ਇਹ ਨਸਲ ਦਾ ਨਾਂ ਕੀ ਹੈ ਤੇ ਤੁਸੀਂ ਇਹ ਨਸਲ ਹੀ ਕਿਉਂ ਰੱਖੀ ਹੈ, ਕੋਈ ਹੋਰ ਕਿਉਂ ਨਹੀਂ ਰੱਖੀ? ਇਹ ਜਨਾਬ ਪਿਓਰ ਮੁੰਦਰੇ ਨੇ ਤੇ ਡੇਰਾ ਗਾਜ਼ੀ ਖਾਨ ਤੋਂ ਲਿਆਈਦੇ ਨੇ। ਇਹਨਾਂ ਨੂੰ ਸਾਡੇ ਇਲਾਕੇ ਵਿੱਚ ਇਸ ਵਾਸਤੇ ਅੱਛੇ ਰਹਿੰਦੇ ਨੇ ਕਿ ਲੰਮੇ ਕੰਨਾਂ ਵਾਲੇ ਜਿਹੜੇ ਛਤਰੇ ਨੇ ਜਿਨ੍ਹਾਂ ਨੂੰ ਕਜਲੇ ਕਹੀਦਾ, ਉਹ ਇਦਾਂ ਦੇ ਕੰਨ ਰਗੜੇ ਜਾਂਦੇ ਨੇ ਤੇ ਬਿਮਾਰ ਹੋ ਜਾਂਦੇ ਨੇ। ਇਹਨਾਂ ਦੇ ਕੰਨ ਛੋਟੇ ਨੇ ਤੇ ਬਾਹਰ ਚਾਰਨ ਵਾਲੇ ਬਿਮਾਰ ਨਹੀਂ ਹੁੰਦੇ, ਇਸ ਵਾਸਤੇ ਹੀ ਜ਼ਿਆਦਾ ਨਸਲ ਇਤਲ ਚੱਲਦੀ। ਅੱਛਾ ਸਰ, ਦੋਸਤਾਂ ਨੂੰ ਜਿਹੜਾ ਪਿਓਰ ਮੁੰਦਰਾ ਹੈ ਉਹਦੀ ਨਿਸ਼ਾਨੀ ਦੱਸੋ, ਉਹਦੀ ਖੂਬੀ ਦੱਸੋ। ਜਨਾਬ ਜਿਹੜਾ ਪਿਓਰ ਮੁੰਦਰਾ ਹੈ ਨਾ, ਇੱਕ ਤੇ ਇਹਦੇ ਕੰਨ ਛੋਟੇ ਹੁੰਦੇ ਨੇ, ਉਸ ਤੋਂ ਬਾਅਦ ਇਹਦੀ ਜਿਹੜੀ ਉਹਨੇ ਪਿਓਰ ਅਗਲੀਆਂ ਨਾਸਾਂ ਤੱਕ ਨੱਕ ਤੱਕ ਹੁੰਦੀ ਹੈ। ਇਹ ਪਿਓਰ ਮੁੰਦਰਾ ਦੀ ਨਿਸ਼ਾਨੀ ਹੈ। ਦੂਜੇ ਦੇ ਇਹ ਵਾਲ ਨਹੀਂ ਹੁੰਦੇ। ਕਿਹੜੇ ਵਾਲ? ਇਹ ਜਿਹੜੇ ਅੱਗੇ ਮੱਥੇ ਦੇ ਇਹਦੇ ਵਾਲ ਨੇ ਨਾ, ਇਹ ਜਿਹੜਾ ਮੁੰਦਰਾ ਪਿਓਰ ਨਹੀਂ ਉਹਨੂੰ ਨਹੀਂ ਪਾਏ ਜਾਂਦੇ। ਪਿਓਰ ਮੁੰਦਰੇ ਦੀ ਇਹ ਨਿਸ਼ਾਨੀ ਹੈ ਕਿ ਇਹਦੇ ਵਾਲ ਜ਼ਿਆਦਾ ਹੁੰਦੇ ਨੇ।
ਤੇ ਦੋਸਤਾਂ ਨੂੰ ਦੱਸੋ ਕਿ ਸਰ ਜਦੋਂ ਤੁਸੀਂ ਮੁੰਦਰਾ ਲੈ ਕੇ ਆਉਂਦੇ ਹੋ ਉਦੋਂ ਦੀ ਕਿੰਨੀ ਕੁ ਉਮਰ ਹੁੰਦੀ ਏ, ਕਿਸ ਇਲਾਕੇ 'ਚ ਮਿਲਦਾ ਹੈ ਤੇ ਕਿੰਨੀ ਕੀਮਤ 'ਚ ਮਿਲਦਾ ਹੈ? ਇਹ ਅਸੀਂ ਜਨਾਬ ਡੇਰਾ ਗਾਜ਼ੀ ਖਾਂ ਤੋਂ ਲੈ ਕੇ ਆਉਂਦੇ ਆ ਤੇ ਇਹਦੀ ਉਮਰ ਜਿਹੜੀ ਏ ਉਦੋਂ 3 ਮਹੀਨੇ ਹੁੰਦੀ ਹੈ। ਹਾਂਜੀ, ਤੇ 3 ਮਹੀਨਿਆਂ ਦਾ ਹੁੰਦਾ ਹੈ ਤੇ ਸਾਨੂੰ ਤਕਰੀਬਨ ਕੋਈ 12,000 ਰੁਪਏ 'ਚ ਇੱਕ ਬੱਚਾ ਪੈਂਦਾ ਹੈ, 3 ਮਾਹ ਦਾ? 3 ਮਾਹ ਦਾ। ਤੇ ਜਦੋਂ ਇਹ ਤਿਆਰ ਹੁੰਦੇ ਨੇ ਫਿਰ ਇਹ 25 ਤੋਂ 30 ਤੱਕ 35 ਤੇ 40,000 ਤੱਕ ਜਿਹੜੇ ਫਰੋਖਤ ਹੁੰਦੇ ਨੇ। ਅੱਛਾ, ਜਿਹੜਾ ਸਰ ਤੁਸੀਂ ਜਾਨਵਰ ਲਿਆ ਹੁੰਦਾ ਹੈ 12,000 ਦਾ, ਹਾਂਜੀ ਉਹਨੂੰ ਤੁਸੀਂ 9 ਮਹੀਨੇ ਰੱਖਦੇ ਵੀ ਹੋ, ਹਾਂਜੀ 9 ਮਹੀਨੇ ਰੱਖਦੇ। ਤੇ 9 ਮਹੀਨੇ 'ਚ ਉਹ ਕਿੰਨਾ ਖਰਚਾ ਕਰਾਂਦਾ ਹੈ ਤੇ ਤੁਹਾਨੂੰ ਕਿੰਨੀ ਕੁ ਕੋਈ ਬਚਤ ਦੇਈ ਜਾਂਦਾ ਹੈ? ਇੱਕ ਜਾਨਵਰ ਪਿੱਛੇ ਜਿਹੜਾ ਤਕਰੀਬਨ 6,000 ਰੁਪਇਆ ਬਚ ਜਾਂਦਾ ਹੈ ਖਰਚਾ ਕੱਢ ਕੇ 9 ਮਹੀਨੇ 'ਚ? 9 ਮਹੀਨੇ 'ਚ। ਠੀਕ ਹੈ, ਯਾਨੀ ਕਿ ਜਿੰਨੀ ਮਿਹਨਤ ਹੈ ਉਹਦੇ ਹਿਸਾਬ ਨਾਲ ਜ਼ਿਆਦਾ ਨਹੀਂ, ਮੁਨਾਸਬ ਹੀ ਹੈ। ਮੁਨਾਸਬ ਹੀ ਹੈ, 6,000 ਰੁਪਇਆ ਬਚਦਾ। ਜੀ ਜੀ। ਤੇ ਇਹਦਾ ਜਿਹੜਾ ਬਿਹਤਰ ਇਲਾਕਾ ਹੈ ਇਹਨੂੰ ਉਧਰੋਂ ਜਿਹੜੀ ਡੇਰਾ ਗਾਜ਼ੀ ਖਾਨ ਦੀ ਮੰਡੀ ਹੈ ਉੱਥੋਂ ਕਿਤੋਂ ਲੈਂਦੇ ਹੋ ਜਾਂ ਕਿ ਫੇਰ ਟੁਰ ਕੇ ਲੈਂਦੇ ਨਹੀਂ ਹੋ? ਨਹੀਂ, ਡੇਰਾ ਖਾਨ ਦੀ ਮੰਡੀ ਲੱਗਦੀ ਏ 2 ਵਾਰ ਹਫਤੇ 'ਚ, ਇੱਕ ਜੁਮੇ ਨੂੰ ਲੱਗਦੀ ਏ, ਇੱਕ ਮੰਗਲ ਨੂੰ ਲੱਗਦੀ ਏ। ਉਸ ਇਲਾਕੇ ਦੇ ਜਿੰਨੇ ਵੀ ਜ਼ਿਮੀਂਦਾਰ ਲੋਕ ਨੇ ਉੱਥੇ ਲੈ ਕੇ ਆਉਂਦੇ ਨੇ, ਉੱਥੋਂ ਜਿਹੜੇ ਵਪਾਰੀ ਨੇ ਉਹ ਖਰੀਦ ਕੇ ਲਿਆਉਂਦੇ ਨੇ। ਅਗਰ ਤੁਸੀਂ ਕਜਲਾ ਲਿਆਉਣਾ ਤੇ ਫਿਰ ਤੁਹਾਨੂੰ ਬਲਵਾਲ ਮੰਡੀ ਲੱਗਦੀ ਏ ਸਰਗੋਦਾ, ਉੱਥੋਂ ਵੀ ਅਸੀਂ ਲਿਆਉਂਦੇ ਆ, ਲੇਕਿਨ ਅਸੀਂ ਉਹ ਛੱਡ ਗਏ ਆ, ਹੁਣ ਅਸੀਂ ਮੁੰਦਰੇ ਹੀ ਲਿਆਉਂਦੇ ਆ। ਇਹ ਮੁੰਦਰੇ ਡੇਰਾ ਗਾਜ਼ੀ ਖਾਨ ਤੋਂ ਹੀ ਲੱਭਦੇ ਨੇ। ਜੀ ਜੀ। ਹਾਂਜੀ। ਤੇ ਸਰ ਸਾਡੇ ਇਲਾਕੇ 'ਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਬੱਕਰੇ ਤਿਆਰ ਕਰਦੇ ਨੇ ਈਦ ਵਾਸਤੇ। ਹਾਂਜੀ ਆਵਾਮ ਹੈ ਵੇ ਜਿਹੜੇ ਛਤਰੇ ਤਿਆਰ ਕਰਦੇ ਨੇ, ਲੇਕਿਨ ਬੱਕਰਿਆਂ ਦੀ ਨਿਸਬਤ ਘੱਟ ਹੈ ਆਵਾਮ। ਤੇ ਤੁਸੀਂ ਬੱਕਰਿਆਂ ਦੀ ਬਜਾਏ ਇਹ ਜਿਹੜੇ ਛਤਰੇ ਨੇ ਇਹਨਾਂ ਨੂੰ ਕਿਉਂ ਤਰਜੀਹ ਦਿੱਤੀ ਹੈ? ਬੱਕਰੇ ਤੇ ਮਿਹਨਤ ਜਨਾਬ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਬੱਕਰਾ ਜਿਹੜਾ ਹੈ ਉਹ ਬਾਹਰ ਜਦੋਂ ਉਹਨੂੰ ਚਰਾਈ ਕਰਾਈਏ ਉਹਦੇ ਲਈ ਲਾਜ਼ਮੀ 2 ਪਿੱਛੇ ਬੰਦੇ ਚਾਹੀਦੇ ਨੇ ਚਾਰਨ ਵਾਸਤੇ। ਇਹ ਜਿਹੜੇ ਨੇ ਛਤਰੇ 50 ਹੋਣ 60 ਹੋਣ, ਇੱਕ ਆਦਮੀ ਵੀ ਇਹਨਾਂ ਨੂੰ ਚਾਰ ਸਕਦਾ, ਕਿਉਂਕਿ ਇਹ ਜਿਹੜੇ ਨਾ ਜ਼ਿਆਦਾ ਨਹੀਂ ਦੌੜਦੇ। ਬੱਕਰਾ ਜਿਹੜਾ ਉਹ ਦੌੜਦਾ ਹੈ, ਉਹਦੇ ਲਈ 2-3 ਆਦਮੀ ਚਾਹੀਦੇ ਨੇ। ਜੀ ਜੀ। ਇਸ ਵਾਸਤੇ ਉਹਦੀ ਇਹਨਾਂ ਨੂੰ ਖੁਰਾਕ ਵੀ ਬਿਹਤਰ ਚਾਹੀਦੀ ਹੈ ਤੇ ਪਰਵਰਿਸ਼ ਵੀ ਜ਼ਿਆਦਾ ਕਰਨੀ ਪੈਂਦੀ ਹੈ। ਸਰ ਬੜਾ ਅੱਛਾ ਤੁਸੀਂ ਪੁਆਇੰਟ ਦੱਸਿਆ, ਯਾਨੀ ਕਿ ਚਰਾਈ ਬੜੇ ਅੱਛੇ ਤਰੀਕੇ ਨਾਲ ਕਰਦੇ ਨੇ। ਇਸ ਤੋਂ ਇਲਾਵਾ ਇਹਨਾਂ 'ਚ ਹੋਰ ਕੀ ਖੂਬੀ ਹੈ ਉਹ ਦੂਸਰੇ ਬੱਕਰਿਆਂ ਦੀ ਨਿਸਬਤ? ਬੱਕਰਿਆਂ ਦੀ ਨਿਸਬਤ ਇਹਨਾਂ 'ਚ ਇਹ ਖੂਬੀ ਹੈ ਕਿ ਇਹਨਾਂ ਨੂੰ ਨਾ ਵੀ ਅੱਛੀ ਜਗ੍ਹਾ ਹੋਏ ਉੱਥੇ ਵੀ ਇਹ ਆਪਣਾ ਚਾਰਾ ਜਿਹੜਾ ਨਾ ਚੁਗ ਲੈਂਦੇ ਨੇ। ਬੱਕਰਾ ਜਿਹੜਾ ਉਹਨੂੰ ਬਹੁਤ ਅੱਛੀ ਜਗ੍ਹਾ ਚਾਹੀਦੀ ਹੈ ਚਰਨ ਵਾਸਤੇ, ਉਹਦੀ ਹੇਠ ਜਿਹੜੀ ਇਹ ਸਫਾਈ ਹੋਣੀ ਵੀ ਬਹੁਤ ਜ਼ਰੂਰੀ ਹੈ ਇਹਨਾਂ ਨਾਲੋਂ ਜ਼ਿਆਦਾ, ਕਿਉਂਕਿ ਇਹਨਾਂ ਦੀ ਸਫਾਈ ਵਾਲੀ ਜਗ੍ਹਾ ਵੀ ਏਡੀ ਬਿਹਤਰ ਨਾ ਹੋਏ ਤੇ ਇਹ ਆਪਣਾ ਗੁਜ਼ਾਰਾ ਕਰ ਜਾਂਦੇ ਨੇ। ਤੇ ਇਹਨਾਂ ਦੇ ਇਹ ਜਿਹੜੀ ਸਫਾਈ ਦੇ ਇਲਾਵਾ ਹੋਰ ਕਿਹੜੀਆਂ ਗੱਲਾਂ ਦੀ ਤੁਸੀਂ ਇhtiyat ਕਰਦੇ ਹੋ ਤਾਂ ਕਿ ਤੁਹਾਡਾ ਜਾਨਵਰ ਜ਼ਾਇਆ ਨਾ ਹੋਵੇ? ਇਹਨਾਂ ਦਾ ਸਭ ਤੋਂ ਜਿਹੜਾ ਮੁਸ਼ਕਲ ਕੰਮ ਉਹ ਇਹ ਵੇ ਕਿ ਲੇਲੇ ਨੂੰ ਜਿਹੜੀ ਇਹ ਵਾਹ ਲੱਗ ਜਾਂਦੀ ਹੈ। ਹਾਂਜੀ, ਉਹ ਵਾਹ ਵਾਸਤੇ ਅਸੀਂ ਜਿਹੜਾ ਨਾ ਦਵਾਈ ਇਸਤੇਮਾਲ ਨਹੀਂ ਕਰਦੇ, ਪਹਿਲਾਂ ਅਸੀਂ ਕਰਦੇ ਸਾਂ। ਹੁਣ ਇਹ ਸਪੈਸ਼ਲ ਨੁਕਸਾ ਆਪੀ ਤਿਆਰ ਕੀਤਾ ਦਾ ਕਿ ਜੇ ਅਮਰੂਦ ਹੈ ਸੁੱਕਾ, ਇਹਨੂੰ ਕੁੱਟਿਆ ਦਾ, 1 ਚਮਚਾ ਦੇਣ ਤੋਂ ਬਾਅਦ ਉਹਦੀ ਵਾਹ ਬਿਲਕੁਲ ਠੀਕ ਹੋ ਜਾਂਦੀ ਹੈ। ਹਾਂਜੀ ਜੀ, ਇਹ ਹੀ ਬਿਹਤਰ ਹੈ। ਹੋਰ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ, ਇਹਨਾਂ ਨੂੰ ਸਿਰਫ ਵਾਹ ਦੀ ਬਿਮਾਰੀ ਲੱਗਦੀ ਹੈ। ਅੱਛਾ, ਹਾਂਜੀ। ਮਾਸ਼ਾਅੱਲਾ ਸਰ ਬੜਾ ਅੱਛਾ ਤੁਸੀਂ ਨੁਸਖਾ ਦੱਸਿਆ। ਇਹ ਜਿਹੜਾ ਤੁਸੀਂ ਸੁੱਕਾ ਅਮਰੂਦ ਕੁੱਟਿਆ ਹੈ, ਹਾਂਜੀ। ਅਗਰ ਵਾਹ ਲੱਗੀ ਹੋਏ ਤੇ ਇੱਕ ਦਿਨ ਹੀ ਚਮਚ ਦੇਣੀ ਹੈ ਜਾਂ ਕਿ ਕੋਈ 2-3 ਦਿਨ? ਇੱਕ ਦਿਨ ਹੀ ਚਮਚ ਦੇਣ ਤੋਂ ਬਾਅਦ ਉਹਦੀ ਵਾਹ ਖਤਮ ਹੋ ਜਾਂਦੀ ਹੈ, ਦੁਬਾਰਾ ਇਹ ਮੇਂਗਣਾ ਕਰਨ ਦਾ ਪੈਂਦਾ। ਔਰ ਮਿਹਦਾ ਵੀ ਖਰਾਬ ਨਹੀਂ ਹੁੰਦਾ। ਜਿਹੜੀਆਂ ਡਾਕਟਰ ਦੀਆਂ ਦਿੱਤੀਆਂ ਦਵਾਈਆਂ ਨੇ ਉਹਦੇ ਨਾਲ ਮਿਹਦਾ ਵੀ ਖਰਾਬ ਹੋ ਜਾਂਦਾ ਹੈ ਔਰ ਜਾਨਵਰ ਨੂੰ 8-7 ਦਿਨ ਜਿਹੜਾ ਹੈ ਬਿਮਾਰ ਰਹਿੰਦਾ ਹੈ ਤੇ ਟੀਕੇ ਵੀ ਲਵਾਉਣੇ ਪੈਂਦੇ ਨੇ, ਫਿਰ ਉਹ ਦਰੁਸਤ ਹੁੰਦਾ ਹੈ। ਲੇਕਿਨ ਇਹ ਦੇਸੀ ਨੁਸਖਾ ਹੈ ਔਰ ਇੱਕ ਦਿਨ 'ਚ ਹੀ ਇਹ ਠੀਕ ਹੋ ਜਾਂਦਾ। ਤੇ ਇਹ ਜਿਹੜਾ ਸਰ ਦੇਸੀ ਨੁਸਖਾ ਹੈ ਇਹ ਬੱਕਰੀਆਂ ਵਾਸਤੇ ਵੀ ਇਸਤੇਮਾਲ ਹੋ ਸਕਦਾ ਜਾਂ ਸਿਰਫ ਉਹਨਾਂ ਵਾਸਤੇ? ਨਹੀਂ, ਅਸਾਂ ਸਿਰਫ ਛਤਰਿਆਂ ਤੇ ਇਸਤੇਮਾਲ ਕੀਤਾ, ਹੋ ਬੱਕਰੀਆਂ ਤੇ ਵੀ ਜਾਂਦਾ ਹੈ। ਅੱਛਾ, ਯਾਨੀ ਤੁਸੀਂ ਇਹਨਾਂ ਤੇ ਅਜ਼ਮਾਇਆ ਹੈ। ਇਹਨਾਂ ਤੇ ਇਸਤੇਮਾਲ। ਤੇ ਜਦੋਂ ਤੁਸੀਂ ਜਾਨਵਰ ਡੇਰਾ ਗਾਜ਼ੀ ਖਾਨ ਤੋਂ ਲੈ ਕੇ ਆਉਂਦੇ ਹੋ ਸਿਆਲਕੋਟ 'ਚ, ਹਾਂਜੀ। ਇਲਾਕਾ ਚੇਂਜ ਹੁੰਦਾ ਹੈ ਹਾਂਜੀ। ਤੇ ਕੁਝ ਜਾਨਵਰਾਂ ਨੂੰ ਪਾਣੀ ਲਾ ਕੋਈ ਜਾਂਦਾ ਹੈ, ਤੇ ਉਹਦਾ ਵੀ ਕੋਈ ਦੇਸੀ ਇਲਾਜ ਹੈ ਅਜੇ? ਉਹਦਾ ਸਭ ਤੋਂ ਬਿਹਤਰੀਨ ਇਹ ਇਲਾਜ ਹੈ ਕਿ ਜਿਹੜੇ ਇਲਾਕੇ 'ਚ ਵੀ ਤੁਸੀਂ ਲੈ ਕੇ ਆਓ, ਅਸੀਂ ਤੇ ਸਿਆਲਕੋਟ ਲੈ ਕੇ ਆਏ ਆ ਨਾ, ਕਿਸੇ ਵੀ ਤੁਸੀਂ ਇਲਾਕੇ 'ਚ ਲੈ ਕੇ ਆਉਂਦੇ ਹੋ ਉਸ ਇਲਾਕੇ ਦਾ ਪਿਆਜ਼ ਹੁੰਦਾ। ਇੱਕ ਪਿਆਜ਼ ਜਿਹੜਾ ਇਹਨੂੰ ਕੱਟ ਕੇ ਦੇ ਦਿੱਤਾ ਜਾਏ ਤੇ ਇਹਦਾ ਪਾਣੀ ਜਿਹੜਾ ਪਾਣੀ ਲਾਗ ਨਹੀਂ ਹੁੰਦੀ। ਅੱਛਾ, ਹਾਂਜੀ। ਤੇ ਉਹ ਜਿਹੜਾ ਪਿਆਜ਼ ਦੇਣਾ ਹੈ, ਫਰਜ਼ ਕੀਤਾ ਅਸੀਂ ਡੇਰਾ ਗਾਜ਼ੀ ਖਾਨ ਤੋਂ ਅੱਜ ਇਹ ਜਾਨਵਰ ਲੈ ਕੇ ਆਏ ਆ ਤੇ ਪਿਆਜ਼ ਅੱਜ ਹੀ ਦੇ ਹੜਨਾ ਹੈ? ਨਹੀਂ, ਅੱਜ ਤੁਸੀਂ ਲੈ ਕੇ ਆਏ ਹੋ ਨਾ ਤੇ ਤੁਸੀਂ ਸਵੇਰ ਪਹੁੰਚਣਾ ਹੈ। ਇਹਨਾਂ ਨੂੰ ਚਾਰਾ ਚਾਰਨ ਤੋਂ ਬਾਅਦ ਤੁਸੀਂ ਉਹ ਜਿਹੜਾ ਪਿਆਜ਼ ਦੇ ਦਿਓ ਤੇ ਇਹਨਾਂ ਨੂੰ ਪਾਣੀ ਲਾਗ ਨਹੀਂ ਹੁੰਦੀ ਕਿਸੇ ਜਾਨਵਰ ਨੂੰ। ਤੇ ਹੋਰ ਇਹਨਾਂ ਵਾਸਤੇ ਕੋਈ ਮਸਾਲਾ ਵੀ ਤਿਆਰ ਕੀਤਾ ਅਜੇ? ਨਹੀਂ, ਅਸੀਂ ਜਿਹੜਾ ਇਹਨਾਂ ਨੂੰ ਦੇਸੀ ਮਸਾਲਾ ਦਿੰਦੇ ਆ, ਅਸੀਂ ਆਪ ਤਿਆਰ ਕੀਤਾ ਦਾ। ਉਹ ਦਾਦੜ ਮਿਰਚਾਂ ਹੁੰਦੀਆਂ ਨੇ, ਵਿੱਚ ਨਿਮਕ ਹੁੰਦਾ ਹੈ, ਵਿੱਚ ਕਾਲਾ ਨਿਮਕ ਹੈ ਤੇ ਵਿੱਚ ਕਾਲੀਆਂ ਮਿਰਚਾਂ ਨੇ, ਉਹ ਕੁੱਟ ਕੇ ਤਿਆਰ ਕੀਤਾ ਦਾ, ਉਹ ਹੀ ਅਸੀਂ ਦਿੰਦੇ ਆ। 8 ਦਿਨਾਂ ਤੋਂ ਬਾਅਦ ਹਰ ਜਾਨਵਰ ਨੂੰ 1-1 ਚਮਚ ਦਿੱਤਾ ਜਾਂਦਾ। ਇਹ ਗਰਮੀ 'ਚ? ਗਰਮੀ ਹੋਏ ਭਾਵੇਂ ਸਰਦੀ ਹੋਏ, 1 ਹੀ ਚਮਚ ਦੇਣਾ, ਜ਼ਿਆਦਾ ਨਹੀਂ ਦੇਣਾ। ਅੱਛਾ, ਕੁਝ ਦੋਸਤ ਕਹਿੰਦੇ ਨੇ ਨਾ ਕਿ ਗਰਮੀ 'ਚ ਇਹ ਮਸਾਲਾ ਘੱਟ ਇਸਤੇਮਾਲ ਕਰਨਾ ਚਾਹੀਦਾ ਜ਼ਿਆਦਾ ਦਿਨਾਂ ਬਾਅਦ।
ਨਹੀਂ ਕੋਈ ਜ਼ਰੂਰਤ ਨਹੀਂ, ਗਰਮੀ ਹੋਏ ਸਰਦੀ ਹੋਏ, ਜਿਵੇਂ ਇਨਸਾਨੀ ਜਿਸਮ ਹੈ ਇੰਜ ਹੀ ਵੇ। ਇਹ ਵਾਸਤੇ ਮਿਰਚ ਜਿਹੜੀ ਹੈ ਬਹੁਤ ਅੱਛੀ ਹੈ ਕਿ ਬਾਹਰੋਂ ਵੀ ਜਾਨਵਰ ਚੁੱਕ ਕੇ ਆਏ ਤੇ ਉਹਨੂੰ ਦੁਸ਼ਵਾਰੀ ਪੇਸ਼ ਨਹੀਂ ਆਉਂਦੀ। ਠੀਕ ਹੈ। ਹਾਂਜੀ। ਹੋਰ ਸਰ ਇਹਨਾਂ ਦੇ ਮੁਤਲਕ ਕੋਈ ਅਹਿਮ ਗੱਲ ਜਿਹੜੀ ਤੁਸੀਂ ਸਮਝਦੇ ਹੋ ਕਿ ਜਿਹੜੇ ਦੋਸਤ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੋਏ? ਇਹ ਜਨਾਬ ਜਿਹੜਾ ਵੀ ਆਦਮੀ ਕੰਮ ਕਰਨਾ ਚਾਹੁੰਦਾ ਨਾ, ਇਹ ਕੰਮ ਬਹੁਤ ਅੱਛਾ ਹੈ, ਲੇਕਿਨ ਉਹਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੇ ਜਾਨਵਰ ਨੂੰ ਬਾਹਰੋਂ ਫਿਰ ਕੇ ਆਇਆ, ਇਹਨੂੰ ਕੀ ਪ੍ਰੋਬਲਮ ਹੈ ਜੀ। ਹਾਂਜੀ। ਤੇ ਇਹ ਉਹਦੇ ਚਾਰਨ ਵਾਲੇ ਬੰਦੇ ਤੇ ਆਜੜੀ ਤੇ ਮੁਤੱਸਰ ਹੈ ਕਿ ਉਹਨੂੰ ਇਲਮ ਹੈ ਕਿ ਨਹੀਂ, ਆ ਹਰ ਜਾਨਵਰ ਜੋ 50 ਨੇ ਉਹਦਾ ਧਿਆਨ ਹੋਣਾ ਚਾਹੀਦਾ ਕਿ ਮੇਰਾ ਜਾਨਵਰ ਵਿੱਚੋਂ ਕੋਈ ਬਿਮਾਰ ਤੇ ਨਹੀਂ ਹੋ ਗਿਆ। ਇਹ ਉਹਦੇ ਤੇ ਮੁਤੱਸਰ ਹੈ, ਉਹਨੂੰ ਪਤਾ ਲੱਗ ਜਾਏਗਾ ਫੌਰਨ ਤੇ ਇਹਨਾਂ ਦਾ ਇਲਾਜ ਹੋ ਜਾਏਗਾ। ਅਗਰ ਨਹੀਂ ਲੱਗਦਾ ਤਾਂ ਫਿਰ ਜਾਨਵਰ ਜ਼ਾਇਆ ਹੋਣਗੇ। ਠੀਕ ਹੈ। ਤੇ ਸਰ ਇਸ ਟਾਈਮ ਤੁਹਾਡੇ ਕੋਲ 33 ਦੱਸੇ ਜੇ? ਹਾਂਜੀ 33 ਜਾਨਵਰ ਤੇ ਪਹਿਲੇ 46 ਹਨ। ਹਾਂਜੀ। ਤੇ ਅਗਰ 46 ਜਾਨਵਰ ਹੋਣ ਤੇ ਇਹਨਾਂ ਵਾਸਤੇ ਜਿਹੜਾ ਤੁਸੀਂ ਸ਼ੈੱਡ ਬਣਾਇਆ ਹੈ ਉਹ ਕਿੰਨੇ ਮਰਲੇ ਹੋਏ ਤੇ ਕਾਫੀ ਹੈ? ਇਹ ਜਨਾਬ ਜਿਹੜਾ ਸ਼ੈੱਡ ਹੈ ਨਾ, ਇਹ 5 ਮਰਲਿਆਂ 'ਚ ਹੋਏ ਤੇ ਕਾਫੀ ਹੈ। ਇਹਦੀ ਚਾਰਦੀਵਾਰੀ ਜਿਹੜੀ ਹੈ ਨਾ ਛੋਟੀ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਹਵਾ ਲੱਗਦੀ ਰਹੇ। ਜੀ। ਤੇ ਇਹ ਜਿਹੜੀਆਂ ਤੁਸੀਂ ਸਰ ਖੁਰਲੀਆਂ ਬਣਵਾਈਆਂ ਨੇ ਲੱਕੜ ਦੀਆਂ, ਇਹਨਾਂ ਦੀ ਕਿੰਨੀ ਕੁ ਕੋਈ ਕੀਮਤ ਹੈ? ਇਹ ਸਸਤੀਆਂ ਹੀ ਨੇ ਜਨਾਬ, ਕੋਈ 2000 ਰੁਪਏ ਦੀ ਇੱਕ ਖੁਰਲੀ ਹੈ। ਇੱਕ? ਹਾਂਜੀ। ਠੀਕ ਹੈ। ਤੇ ਸਰ ਤੁਹਾਡੇ ਕੋਲ ਜਿਹੜੇ 33 ਜਾਨਵਰ ਨੇ, 33 ਦੇ 33 ਕੁਰਬਾਨੀ ਤੇ ਲੱਗਦੇ ਨੇ? 33 ਕੁਰਬਾਨੀ ਤੇ ਲੱਗਦੇ ਨੇ। ਇਹਨਾਂ ਦੀ ਜਿਹੜੀ ਕਮ ਸੇ ਕਮ ਕੀਮਤ ਹੈ ਉਹ ਕਿੰਨੀ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੀਮਤ ਹੈ? ਇਹਨਾਂ ਦੀ ਕਮ ਸੇ ਕਮ ਜਿਹੜੀ ਕੀਮਤ ਹੈ ਉਹ 25000 ਰੁਪਏ ਹੈ, ਜ਼ਿਆਦਾ ਤੋਂ ਜ਼ਿਆਦਾ ਜਿਹੜੀ ਉਹ 40000 ਰੁਪਏ ਹੈ। ਯਾਨੀ ਕਿ 25000 ਤੋਂ ਲੈ ਕੇ 40000 ਸਿੱਧਾ ਤੁਹਾਡੇ ਕੋਲ ਜਾਨਵਰ ਮਿਲ ਸਕਦਾ? ਮਿਲ ਸਕਦਾ ਹੈ। ਤੇ ਜਨਾਬ ਦਾ ਕੋਈ ਰਾਬਤਾ ਨੰਬਰ? ਮੇਰਾ ਰਾਬਤਾ ਨੰਬਰ ਹੈ 0 387 487 48 11 320। ਠੀਕ ਹੈ। ਹਾਂਜੀ। ਇਹ ਸਰ ਨੰਬਰ ਇੱਕ ਦਫਾ ਤੁਸੀਂ ਫੇਰ ਬੋਲ ਦਿਓ। 0348 ਜੀ 85 11 320। ਠੀਕ ਹੈ, ਮੈਂ ਸਕਰੀਨ ਤੇ ਵੀ ਸ਼ੋਅ ਕਰਦਾ ਹੁੰਦਾ। ਮਾਸ਼ਾਅੱਲਾ ਸਰ ਤੁਸੀਂ ਦਿਲ ਖੁਸ਼ ਕੀਤਾ, ਬੜੀ ਸੋਹਣੀ ਗੁਫ਼ਤਗੂ ਕੀਤੀ ਹੈ। ਆਖਰੀ ਸਵਾਲ ਹੈ, ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ, ਈਦ ਵਾਸਤੇ ਛਤਰੇ ਪਾਲ ਕੇ ਪੈਸੇ ਕਮਾਉਣਾ ਚਾਹੁੰਦੇ ਨੇ, ਉਹਨਾਂ ਨੂੰ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ ਦੇ ਦਿਓ। ਇਹਦਾ ਇਹੀ ਹੈ ਕਿ ਜਿਹੜੇ ਬੰਦਾ ਚਾਹੁੰਦਾ ਹੈ ਕਿ ਮੈਂ ਫਾਰਮਰ ਬਣਾ, ਉਹਨੂੰ ਕਮ ਸੇ ਕਮ 4-5 ਮਹੀਨੇ ਇਹ ਜਿਹੜੇ ਛਤਰੇ ਨੇ ਪਹਿਲਾਂ ਨਾ ਖਰੀਦ ਕੇ ਲਿਆਉਣੇ ਚਾਹੀਦੇ ਨੇ। ਐਨ ਮੌਕੇ 'ਤੇ ਉਹ ਛਤਰੇ ਲੈ ਕੇ ਆਏਗਾ, ਉਹਦੇ ਬਿਮਾਰ ਵੀ ਹੋਣਗੇ ਤੇ ਨੁਕਸਾਨ ਵੀ ਹੋਣਗੇ, ਕਿਉਂਕਿ ਦੂਸਰੇ ਇਲਾਕੇ ਜਦੋਂ ਇਹਨਾਂ ਨੂੰ ਬਦਲੀਏ ਤਾਂ ਫਿਰ ਇਹ ਲਾਜ਼ਮੀ ਨੁਕਸਾਨ ਹੁੰਦਾ। ਠੀਕ ਹੈ, ਬਹੁਤ ਸ਼ੁਕਰੀਆ ਸਰ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ, ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।